है ਤੇ ਜਿਵੇਂ ਭਾਜੀ ਨੇ ਕਿਹਾ ਕਿ ਬਹੁਤ ਸਾਰੀਆਂ ਬਿਊਟੀਫੁਲ ਸੋਲਸ ਸਾਡੇ ਨਾਲ ਜੁੜੀਆਂ ਹੋਈਆਂ so he used the word correct soul and it's my privilege ਕਿ ਅੱਜ ਮੈਨੂੰ ਮੌਕਾ ਮਿਲਿਆ because it's my fourth session ਅੱਜ ਮੈਂ ਚੌਥੀ ਵਾਰੀ ਇਸ book reading group ਵਿੱਚ ਸ਼ਾਮਿਲ ਹੋਇਆ live ਤੇ ਅੱਜ ਮੈਨੂੰ ਮੌਕਾ ਮਿਲਿਆ ਸੋ ਬਰੀਫ ਆਊਟ ਕਰਨਾ ਚਾਹੂੰਗਾ ਮੈਂ ਕਿ ਮੇਰਾ I belong to ਜਲੰਧਰ born and brought up here ਮੇਰੀ ਸਕੂਲਿੰਗ ਕਾਮਰਸ ਐਂਡ ਉਹਦੇ ਵਿੱਚ ਰਹੀ ਹੈ ਬਟ ਦੈਨ ਅਗੇਨ ਮੈਨੂੰ ਜਰਨਲਿਜ਼ਮ ਐਂਡ ਮੀਡੀਆ ਦੇ ਵਿੱਚ ਬਹੁਤ ਇੰਟਰਸਟ ਸੀਗਾ ਮੈਨੂੰ ਬੋਲਣ ਦਾ ਬਹੁਤ ਸ਼ੌਂਕ ਸੀਗਾ ਸੋ ਆਈ ਸਟਾਰਟਡ ਮਾਈ ਇਨਿੰਗਸ ਐਜ਼ ਮੈਂ ਬੈਚਲਰਸ ਇਨ ਜਰਨਲਿਜ਼ਮ ਦੈਨ ਮਾਸਟਰਸ ਕੀਤੀ ਉਹਦੇ ਵਿੱਚ ਦੈਨ ਆਈ ਹੈਵ 10 years of experience in media industry ਤੇ ਅੱਜ ਮੈਨੂੰ ਇੱਕ ਬੁੱਕ ਰੀਡਿੰਗ ਦਾ ਬਹੁਤ ਮੌਕਾ ਮਿਲਿਆ ਸੋ ਆਈ ਵੁੱਡ love to grab this opportunity तो मैं एक request की थी भाजी ਨੂੰ ਕਿ ਮੈਨੂੰ give me an opportunity to share this thing so ਮੈਨੂੰ ਬਹੁਤ ਵਧੀਆ ਲੱਗਾ ਮੈਂ 2-3 ਸੈਸ਼ਨ ਅਟੈਂਡ ਕੀਤੇ ਹੈ ਸੋ ਜਿਹੜੀ ਕਿ ਆਪਾਂ ਬੁੱਕ ਪੜ੍ਹ ਰਹੇ ਹਾਂ ਅੱਜ ਕੱਲ that is the power of your subconscious mind ਬਹੁਤ ਹੀ ਡੀਪ ਕਿਤਾਬ ਹੈ and by Dr. Joseph Murphy and ਬਹੁਤ ਕੁਝ ਉਹਨਾਂ ਨੇ ਸਿਖਾਇਆ ਵੀ ਹੈ ਸਾਨੂੰ and ਜਿਹੜਾ ਅੱਜ ਦਾ ਚੈਪਟਰ ਹੈ that is chapter 11 that is your subconscious mind as a partner in success so ਇਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਸਾਡਾ ਸਬਕੌਂਸ਼ੀਅਸ ਮਾਈਂਡ ਹੈ ਜੋ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਸਾਡੀ ਲਾਈਫ ਦੇ ਵਿੱਚ ਉਹ ਕਿੱਦਾਂ ਸਾਡਾ ਇੱਕ ਪਾਰਟਨਰ ਬਣ ਜਾਂਦਾ ਇੱਕ ਸਕਸੈਸ ਨੂੰ ਹਾਸਲ ਕਰਨ ਵਾਸਤੇ ਕਾਮਯਾਬੀ ਨੂੰ ਹਾਸਲ ਕਰਨ ਵਾਸਤੇ ਕਹਿੰਦੇ ਨੇ ਕਿ ਹਰ ਇੱਕ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਉਦਾਂ ਹੀ ਬਟ ਮੇਰੇ ਹਿਸਾਬ ਨਾਲ ਜਾਂ ਜਿਹੜੇ ਆਥਰ ਦੇ ਹਿਸਾਬ ਨਾਲ ਹੈਗਾ ਕਿ ਤੁਹਾਡੇ in any soul the success ਦੇ ਪਿੱਛੇ any human being ਦੇ success ਦੇ ਪਿੱਛੇ ਇੱਕ ਉਹਦੇ subconscious mind ਦਾ ਹੱਥ ਹੁੰਦਾ ਹੈ ਸੋ ਉਸ ਦੇ ਵਿੱਚ ਡਿਟੇਲ ਦੇ ਵਿੱਚ ਆਥਰ ਨੇ ਸਾਨੂੰ ਬਹੁਤ ਸਾਰੀਆਂ ਟੈਕਨੀਕਸ ਵੀ ਦੱਸੀਆਂ ਨੇ ਬਹੁਤ ਸਾਰੇ ਐਗਜ਼ਾਮਪਲਸ ਦੱਸੇ ਨੇ ਕਿ ਕਿੱਦਾਂ ਸਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਤੇ ਜਿਹੜਾ ਕੌਂਸ਼ੀਅਸ ਮਾਈਂਡ ਹੈ ਉਹ ਅਸੀਂ ਕਿਵੇਂ ਉਹਨਾਂ ਨੂੰ ਬੈਲੈਂਸ ਕਰਨਾ ਹੈ ਸੋ ਉਹ ਕਹਿੰਦੇ ਨੇ ਕਿ ਸਕਸੈਸ ਜਿਹੜਾ ਹੈ ਇਟ ਮੀਨਸ ਸਕਸੈਸਫੁਲ ਲਿਵਿੰਗ ਰਾਈਟ लेकिन ਜਿਹੜੀ सक्सेसफुल लिविंग है या सक्सेस है वो कुछ एलिमेंट्स ਦੇ ਉੱਪਰ ਆਥਰ ਕਹਿੰਦੇ ਕਿ ਆਥਰ ਕੁਝ ਐਲੀਮੈਂਟਸ ਦੇ ਉੱਪਰ ਬੇਸਡ ਹੈ ਉਹ ਐਲੀਮੈਂਟਸ ਕਿਹੜੇ ਨੇ ਜਿਵੇਂ ਕਿ ਜੋਏ ਖੁਸ਼ੀ ਹੈਪੀਨੈਸ ਇੰਟੈਗ੍ਰਿਟੀ ਰਾਈਟ ਪੀਸ ਸ਼ਾਂਤੀ ਮਨ ਦੀ ਇਹ ਸਾਰੀਆਂ ਚੀਜ਼ਾਂ ਜੇ ਸਾਡੇ ਕੋਲ ਹੋਣਗੀਆਂ ਅਸੀਂ ਬਹੁਤ ਅਕਸਰ ਸੁਣਦੇ ਹਾਂ ਕਿ ਪੈਸਾ ਹੀ ਅਸੀਂ ਕਹਿੰਦੇ ਉਹਦੇ ਕੋਲ ਬਹੁਤ ਪੈਸਾ ਹੈ ਤੇ ਉਹ ਬਹੁਤ ਸਕਸੈਸਫੁਲ ਹੋ ਗਿਆ ਬਟ ਨੋ ਆਥਰ ਇੱਥੇ ਕਹਿੰਦਾ ਹੈ ਕਿ ਜੇ ਤੁਹਾਡੇ ਕੋਲ ਪੈਸਾ ਵੀ ਹੈ ਤੇ ਲੇਕਿਨ ਪੀਸ ਆਫ ਮਾਈਂਡ ਨਹੀਂ ਹੈ ਤੁਸੀਂ ਖੁਸ਼ ਹੀ ਨਹੀਂ ਹੋ ਅੰਦਰੋਂ ਫਿਰ ਉਹ ਤੁਸੀਂ ਸਕਸੈਸਫੁਲ ਨਹੀਂ ਹੈਗੇ ਤਾਂ ਆਥਰ ਇਹੀ ਕਹਿ ਰਿਹਾ ਕਿ ਜਿਹੜੇ ਐਲੀਮੈਂਟਸ ਨੇ ਉਹ ਇਨਟੈਂਜੀਬਲ ਨੇ ਮਤਲਬ ਉਹ ਅਸੀਂ ਦੇਖ ਨਹੀਂ ਸਕਦੇ ਲੇਕਿਨ ਅਸੀਂ ਉਹ ਫੀਲ ਕਰ ਸਕਦੇ ਹਾਂ ਕਿ ਜਿਹੜੇ ਆ ਪੀਸ ਜੋਏ ਹੈਪੀਨੈਸ ਇੰਟੈਗ੍ਰਿਟੀ ਹੈ ਇਹ ਸਾਨੂੰ ਅੰਦਰੋਂ ਹੀ ਫੀਲਿੰਗ ਆਉਂਦੀ ਹੈ ਐਂਡ ਜਿਹੜੀਆਂ ਚੀਜ਼ਾਂ ਨੇ ਉਹ ਅੰਦਰੋਂ ਡਿਵੈਲਪ ਹੁੰਦੀਆਂ ਉਹਦੇ ਵਾਸਤੇ ਆਥਰ ਨੇ ਕਿਹਾ ਕਿ ਸਾਨੂੰ ਰੈਗੂਲਰਲੀ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਇਹਨਾਂ ਚੀਜ਼ਾਂ ਨੂੰ ਹਾਸਲ ਕਰਨ ਵਾਸਤੇ ਇਹਨਾਂ ਚੀਜ਼ਾਂ ਤੋਂ ਇੰਪਰੋਵਾਈਜ਼ ਕਰਨ ਵਾਸਤੇ ਉਹਨਾਂ ਨੇ ਆਥਰ ਨੇ 3 ਸਟੈਪਸ ਦੱਸੇ ਸਕਸੈਸ ਪਾਉਣ ਨੂੰ ਸੋ ਮੈਂ ਅੱਗੇ ਚੱਲਾਂਗਾ ਫਰਸਟ ਸਟੈਪ ਜਿਹੜਾ ਹੈ ਉਹਨਾਂ ਨੇ ਕਿਹਾ ਹੈ ਕਿ the first step to success is to find out the thing you love to do and then do it ਉਹ ਕਹਿ ਰਿਹਾ ਕਿ ਪਹਿਲੇ ਲੱਭੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਆਪਣੀ ਲਾਈਫ ਦੇ ਵਿੱਚ ਐਂਡ ਦੈਨ ਉਹਨੂੰ ਉਹਦੇ ਪਿੱਛੇ ਪੈਸ਼ਨੇਟਲੀ ਉਹਦੇ ਮਗਰ ਪੈ ਜਾਓ ਕਿ ਤੁਹਾਨੂੰ ਉਹ ਚੀਜ਼ ਹਾਸਿਲ ਹੋਏਗੀ ਤਾਂ ਪਹਿਲੇ ਤੁਹਾਨੂੰ ਲੱਭਣਾ ਪਏਗਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਤੁਹਾਨੂੰ ਜਿਹੜਾ ਗੋਲ ਹੈ ਆਬਜੈਕਟਿਵ ਹੈ ਉਹਨੂੰ ਫਾਈਂਡ ਆਊਟ ਕਰਨਾ ਪਏਗਾ ਐਂਡ ਦੈਨ ਉਹਦੇ ਪਿੱਛੇ ਜਾਣਾ ਪਏਗਾ ਉਹਨੂੰ ਹਾਸਿਲ ਕਰਨ ਵਾਸਤੇ ਸੋ ਸਕਸੈਸ ਇਜ਼ ਇਨ ਲਵਿੰਗ ਯੋਰ ਵਰਕ ਉਹ ਕਹਿੰਦੇ ਨੇ ਕਿ ਜੇ ਤੁਸੀਂ ਆਪਣੇ ਕੰਮ ਨੂੰ ਬੇਦਿਲਾਂ ਕਰਦੇ ਹੋ ਬੇਦਿਲਾਂ ਤੋਂ ਕਰਦੇ ਹੋ ਤੇ ਤੁਹਾਨੂੰ ਉਹ ਸਕਸੈਸ ਜਾਂ ਉਸ ਕੰਮ ਦੀ ਜਿਹੜੀ ਤੁਸੀਂ ਗੋਲ ਹੈ ਆਬਜੈਕਟਿਵ ਹੈ ਉਹ ਪੂਰਾ ਨਹੀਂ ਹੋਊਗਾ ਆਥਰ ਨੇ ਵੀ ਇਹੀ ਕਿਹਾ ਹੈ ਇਸ ਚੈਪਟਰ ਦੇ ਵਿੱਚ ਕਿ ਜੇ ਤੁਸੀਂ ਸਕਸੈਸ ਪਾਣਾ ਚਾਹੁੰਦੇ ਹੋ ਤੇ ਜਿਹੜਾ ਵੀ ਕੰਮ ਕਰ ਰਹੇ ਹੋ ਤੁਸੀਂ ਆਪਣੇ ਦਿਲ ਤੋਂ ਕਰਨਾ ਹੈ ਆਪਣੀ ਰੂਹ ਤੋਂ ਕਰਨਾ ਉਹ ਕੰਮ ਉਹ ਫਿਰ ਉਹਨਾਂ ਨੇ ਐਗਜ਼ਾਮਪਲਸ ਬਹੁਤ ਦਿੱਤੀਆਂ ਫॉर ਐਗਜ਼ਾਮਪਲ ਉਹ ਕਹਿੰਦਾ ਕਿ ਇਫ ਅ ਮੈਨ ਇਜ਼ ਅ ਸਾਈਕੈਟ੍ਰਿਸਟ ਅਗਰ ਕੋਈ ਇੱਕ ਆਦਮੀ ਸਾਈਕੈਟ੍ਰਿਸਟ ਬਣਨਾ ਚਾਹੁੰਦਾ ਹੈ ਸਿਰਫ ਉਹਨੂੰ ਇੱਕ ਡਿਗਰੀ ਜਾਂ ਡਿਪਲੋਮਾ ਕਰਕੇ ਆਪਣੇ ਬੂਟ ਤੇ ਨੇਮ ਪਲੇਟ ਲਾਉਣ ਨਾਲ ਉਹ ਸਾਈਕੈਟ੍ਰਿਸਟ ਨਹੀਂ ਬਣੇਗਾ ਆਫ ਕੋਰਸ ਥਿਓਰੈਟੀਕਲ ਨੌਲੇਜ ਇਜ਼ ਰਿਕੁਆਇਰਡ ਬਟ ਸਾਨੂੰ ਉਹ ਪ੍ਰੈਕਟੀਕਲ ਨੌਲੇਜ ਐਂਡ ਦੈਨ ਰੈਗੂਲਰ ਕਾਨਫਰੰਸਸ ਲਾਉਣੀਆਂ ਪੈਣਗੀਆਂ ਉਹਨੂੰ ਐਂਡ ਦੈਨ ਟਾਈਮ ਦੇ ਨਾਲ ਜਿੰਨੀਆਂ ਤਬਦੀਲੀਆਂ ਆ ਰਹੀਆਂ ਨੇ ਉਸ ਫੀਲਡ ਦੇ ਵਿੱਚ ਉਹਨੂੰ ਅਡੈਪਟ ਕਰਨਾ ਪਏਗਾ ਫॉर ਐਗਜ਼ਾਮਪਲ ਅੱਜ ਕੱਲ੍ਹ ਲੋਕਡਾਊਨ ਦੇ ਵਿੱਚ ਸਾਨੂੰ ਕੀ ਕਹਿੰਦੇ ਡਿਜੀਟਲਾਈਜ਼ਡ ਹੋਣਾ ਬਹੁਤ ਜ਼ਰੂਰੀ ਸੀਗਾ ਐਂਡ ਜਿਹੜੀਆਂ ਟੀਚਰਸ ਐਸ ਫॉर ਐਗਜ਼ਾਮਪਲ ਟੀਚਰਸ ਜਿਹੜੇ ਨੇ ਉਹ ਇੰਨੇ ਵੀ ਟੈਕ ਸੈਵੀ ਨਹੀਂ ਸੀਗੇ ਲੇਕਿਨ ਲੋਕਡਾਊਨ ਨੇ ਉਹਨਾਂ ਨੂੰ ਸਿਖਾਇਆ ਕਿਉਂਕਿ ਦੇ ਵਰ ਪੈਸ਼ਨੇਟ ਅਬਾਊਟ देयर ਵਰਕ
ਉਹੀ ਚੀਜ਼ ਸਾਨੂੰ ਆਥਰ ਕਹਿ ਰਿਹਾ ਕਿ ਜਿਹੜਾ ਕੰਮ ਤੁਸੀਂ ਕਰਨਾ ਤੁਹਾਨੂੰ ਟਾਈਮ ਦੇ ਨਾਲ ਆਪਣੇ ਆਪ ਦੇ ਵਿੱਚ ਵੀ ਅਪਗ੍ਰੇਡੇਸ਼ਨ ਲਿਆਉਣੀਆਂ ਪੈਣਗੀਆਂ। ਸੋ ਦ ਸਕਸੈਸਫੁਲ ਸਾਈਕੈਟ੍ਰਿਸਟ ਜਿਹੜਾ ਹੈ ਉਹ ਕਲੀਨਿਕਸ ਵੀ ਵਿਜ਼ਿਟ ਕਰੇਗਾ। ਆਥਰ ਕਹਿ ਰਿਹਾ ਕਿ ਇਟ ਰੀਡਸ ਦ ਲੇਟੈਸਟ ਸਾਇੰਟਿਫਿਕ ਆਰਟੀਕਲਸ, ਜਿਹੜਾ ਕਿ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਕੀ ਨਿਊਜ਼ਪੇਪਰ ਦੇ ਵਿੱਚ ਆ ਰਿਹਾ ਹੈ, ਕੀ ਮੈਗਜ਼ੀਨਸ ਦੇ ਵਿੱਚ ਆ ਰਿਹਾ ਉਸ ਫੀਲਡ ਦੇ ਰਿਲੇਟਡ। So simply he said the first step is to find out what you do and then ਉਹਦੇ ਪਿੱਛੇ ਤੁਸੀਂ ਲੱਗ ਜਾਓ and then ਆਪਣੇ ਆਪ ਨੂੰ ਅਪਗ੍ਰੇਡ ਕਰੋ ਉਸ ਚੀਜ਼ ਦੇ ਵਿੱਚ। ਇਹ ਨਹੀਂ ਹੈ ਕਿ ਤੁਸੀਂ ਬਸ ਇੱਕ ਛੋਟਾ ਜਿਹਾ ਇੱਕ ਲਾਈਕ ਮੈਂ ਜਰਨਲਿਸਟ ਬਣਨਾ ਚਾਹਨਾ ਤੇ ਮੈਂ ਇਸ ਤਰ੍ਹਾਂ ਡਿਪਲੋਮਾ ਕਰ ਲਿਆ, ਮੈਂ ਡਿਗਰੀ ਕਰ ਲਈ 3 ਸਾਲ ਦੀ ਤੇ ਮੈਂ ਜਰਨਲਿਸਟ ਕਹਿਲਾਵਾਂਗਾ। No, I had to regularly practice ਜੋ ਉਸ exactly field ਵਿੱਚ ਕੀ ਹੈਗਾ। And so this is the first step that he mentioned. The second step ਉਹ ਕਹਿ ਰਿਹਾ ਹੈ ਕਿ ਜਿਹੜਾ ਸਕਸੈਸ ਹੈ ਉਹਨੂੰ ਤੁਸੀਂ ਜੋ ਕੰਮ ਕਰ ਰਹੇ ਹੋ ਤੁਹਾਡੀ ਜਿਹੜੀ ਸਪੈਸ਼ਲਾਈਜੇਸ਼ਨ ਹੈ ਫੀਲਡ ਵਿੱਚ ਉਹਦੇ ਪ੍ਰਤੀ ਕੰਮ ਕਰੋ। So he is focusing that to specialize yourself in a particular branch of work that you want to do. ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਫॉर ਐਗਜ਼ਾਮਪਲ ਕੋਈ ਬੰਦਾ ਹੈ ਉਹਨੂੰ ਕੈਮਿਸਟਰੀ ਦੇ ਵਿੱਚ ਬਹੁਤ ਇੰਟਰਸਟ ਹੈ। ਹੁਣ ਕੈਮਿਸਟਰੀ ਦੇ ਵਿੱਚ ਕਾਫੀ ਬ੍ਰਾਂਚੇਸ ਹੁੰਦੀਆਂ ਨੇ। ਨਾਓ ਆਥਰ ਸੇਜ਼ ਕਿ ਜੇ ਤੁਸੀਂ ਕੈਮਿਸਟਰੀ ਦੇ ਵਿੱਚ ਇੰਟਰਸਟਿਡ ਹੋ ਤੇ ਉਹਦੀਆਂ ਜਿਹੜੀਆਂ ਬ੍ਰਾਂਚੇਸ ਹੈ ਅੱਗੇ ਉਸ ਇੱਕ ਬ੍ਰਾਂਚ ਦੇ ਪਿੱਛੇ ਤੁਸੀਂ ਲੱਗ ਜਾਣਾ ਹੈ ਐਂਡ ਉਹਦੇ ਵਿੱਚ ਆਪਣੀ ਜਿਹੜੇ ਸਕਿੱਲ ਹੈਗੇ ਉਹਨੂੰ ਹੋਨ ਕਰਨਾ ਹੈ ਤੇ ਤੁਸੀਂ ਉਹਦੇ ਵਿੱਚ ਆਪਣੀ ਸਪੈਸ਼ਲਾਈਜੇਸ਼ਨ ਕਰ ਲੈਣੀ। ਜਿਵੇਂ ਆਪਾਂ PhD ਕਰਦੇ ਹਾਂ ਆਪਾਂ ਕੋਈ ਇੱਕ ਸਬਜੈਕਟ ਦੇ ਉੱਪਰ ਕਰਦੇ ਹਾਂ। ਜਿਵੇਂ ਮੈਂ ਜਰਨਲਿਜ਼ਮ ਕੀਤੀ ਹੈ, ਮੈਸ ਕਮਿਊਨੀਕੇਸ਼ਨ ਕੀਤੀ ਹੈ, ਉਹਦੇ ਵਿੱਚ ਕਾਫੀ ਅੰਡਰ ਬ੍ਰਾਂਚੇਸ ਨੇ, ਰੇਡੀਓ ਹੈ, ਟੈਲੀਵਿਜ਼ਨ ਹੈ, ਪ੍ਰਿੰਟ ਹੈ, ਆਨਲਾਈਨ ਮੀਡੀਆ ਹੈ। ਲੇਕਿਨ ਮੇਰਾ ਇੰਟਰਸਟ ਰਾਈਟਿੰਗ ਦੇ ਵਿੱਚ ਸੀਗਾ। ਸੋ ਮੈਂ ਆਪਣੀ ਜਿਹੜੀ ਸਪੈਸ਼ਲਾਈਜੇਸ਼ਨ ਹੈ, ਮੈਂ ਜਿਹੜਾ ਵਰਕਆਊਟ ਕੀਤਾ ਆਪਣਾ ਉਹ ਮੈਂ ਰਾਈਟਿੰਗ ਦੇ ਉੱਪਰ ਕੀਤਾ। ਸੋ ਆਥਰ ਸੈਡ ਇੱਕ ਤਾਂ ਤੁਸੀਂ ਲੱਭ ਲਿਆ ਫਰਸਟ ਸਟੈਪ ਐਂਡ ਸੈਕੰਡ ਜੇ ਲੱਭ ਲਿਆ ਤੇ ਉਹਦੀਆਂ ਜਿਹੜੀਆਂ ਜੇ ਕੋਈ ਬ੍ਰਾਂਚੇਸ ਹੈਗੀਆਂ ਤੇ ਤੁਹਾਨੂੰ ਉਹਨੂੰ ਨਾ ਉਸ ਇੱਕ ਬ੍ਰਾਂਚ ਦੇ ਉੱਪਰ ਆਪਣਾ ਬਹੁਤ ਜ਼ਿਆਦਾ ਕੰਮ ਕਰਨਾ ਪਏਗਾ। ਯੂ ਹੈਵ ਟੂ ਹੋਨ ਯੂਰ ਸਕਿੱਲਸ ਇਨ ਦੈਟ ਬ੍ਰਾਂਚ। ਐਂਡ ਦੈਨ ਜਿਹੜਾ ਉਹਨਾਂ ਨੇ ਥਰਡ ਸਟੈਪ ਇਹ ਕਿਹਾ ਹੈ ਕਿ the third step is most important one। ਜਿਹੜਾ ਥਰਡ ਸਟੈਪ ਹੈ ਬਹੁਤ ਜ਼ਰੂਰੀ ਸਟੈਪ ਹੈ। ਉਹ ਸਟੈਪ ਇਹ ਹੈ ਕਿ ਜੇ ਤੁਸੀਂ ਕੁਝ ਕੰਮ ਕਰ ਰਹੇ ਹੋ, ਤੁਸੀਂ ਲੱਭ ਵੀ ਲਿਆ ਤੁਸੀਂ ਕੀ ਕਰਨਾ ਹੈ ਐਂਡ ਤੁਸੀਂ ਪੈਸ਼ਨੇਟ ਹੋ ਕੇ ਵੀ ਉਹਦੇ ਪਿੱਛੇ ਸਪੈਸ਼ਲਾਈਜੇਸ਼ਨ ਵੀ ਕਰ ਲਈ, ਲੇਕਿਨ ਥਰਡ ਸਟੈਪ ਇਜ਼ ਜੇ ਤੁਸੀਂ ਉਹ ਕੰਮ ਦਾ ਜਿਹੜਾ ਸਕਸੈਸ ਹੈ ਉਹ ਸਿਰਫ ਤੁਹਾਡੇ ਤੱਕ ਹੀ ਰਹਿ ਜਾਂਦਾ ਹੈ, ਸੋ ਦੈਟ ਇਜ਼ ਵੈਰੀ ਬੈਡ। ਉਹ ਕਹਿ ਰਿਹਾ, ਆਥਰ ਕਹਿਣਾ ਚਾਹੁੰਦਾ ਹੈ ਕਿ ਸਭ ਤੋਂ ਮੇਜਰ ਸਟੈਪ ਕੀ ਹੈ, ਤੁਸੀਂ ਸਕਸੈਸਫੁਲ ਤਾਂ ਹੋਵੋਗੇ ਕਿ ਜੇ ਤੁਹਾਡੇ ਕੰਮ ਨਾਲ ਸੋਸਾਇਟੀ ਦਾ ਭਲਾ ਹੋ ਰਿਹਾ ਹੈ। You are serving society in one way or the other, then you are successful। So ਉਹਨਾਂ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿ ਤੁਸੀਂ ਸਿਰਫ ਸਕਸੈਸ ਪਾਉਣ ਵਾਸਤੇ ਸਕਸੈਸ ਨਹੀਂ ਆਪਣੀ ਜਿਹੜੀ ਹਾਰਡ ਵਰਕ ਹੈ ਉਹ ਨਹੀਂ ਕਰ ਰਹੇ, ਤੁਸੀਂ ਹਿਊਮੈਨਿਟੀ ਨੂੰ ਸਰਵ ਕਰਨ ਵਾਸਤੇ, ਸੋਸਾਇਟੀ ਨੂੰ ਸਰਵ ਕਰਨ ਵਾਸਤੇ ਵੀ ਤੁਸੀਂ ਕੁਝ ਕੰਮ ਕਰ ਰਹੇ ਹੋ ਐਂਡ ਦੈਨ ਓਨਲੀ ਯੂ ਵਿਲ ਬੀ ਏਬਲ ਟੂ ਗ੍ਰੈਬ ਦ ਸਕਸੈਸ ਪਾਵਰ। ਦੈਨ ਉਹਨਾਂ ਨੇ ਕਿਹਾ ਹੈ ਕਿ ਹਾਊ ਟੂ ਮੈਜਰ ਦ ਸਕਸੈਸ। ਆਪਾਂ ਸਕਸੈਸ ਨੂੰ ਕਿਵੇਂ ਮੈਜਰ ਕਰ ਸਕਦੇ ਹਾਂ, ਕਿ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਅਸੀਂ ਸਕਸੈਸ ਪਾ ਲਿਆ। ਆਥਰ ਇੱਥੇ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਮਿਸਟਰ ਜੇਮਸ ਦੀ। ਉਹ ਕਹਿ ਰਹੇ ਕਿ ਮਿਸਟਰ ਜੇਮਸ ਜਿਹੜੇ ਨੇ ਉਹ ਇੱਕ ਵੈਲਥ ਆਪਣਾ ਕਮਾਉਣ ਵਾਸਤੇ ਉਹ ਬਹੁਤ ਅਮੀਰ ਹੈ, ਲੇਕਿਨ ਜਿਹੜਾ ਉਹਨਾਂ ਨੇ ਪੈਸਾ ਕਮਾਇਆ ਹੈ ਉਹ ਇੱਕ ਬਹੁਤ ਬੁਰੇ ਤਰੀਕੇ ਨਾਲ ਕਮਾਇਆ ਹੈ, ਇੱਕ ਫਰਾਡਲੈਂਟ ਵੇ ਨਾਲ ਕਮਾਇਆ ਹੈ ਇਨ ਦੀ ਆਇਲ ਸਟਾਕ। ਲੇਕਿਨ ਹੁਣ ਇੱਥੇ ਕਹਿ ਰਹੇ ਨੇ, ਆਥਰ ਕਹਿ ਰਿਹਾ ਹੈ ਅ ਮੈਨ ਮੇ ਸੀਮ ਟੂ ਸਕਸੀਡ ਫॉर ਅ ਵਾਈਲ। ਬੰਦਾ ਭਾਵੇਂ ਅਸੀਂ ਸਾਨੂੰ ਲੱਗ ਰਿਹਾ ਕਿ ਉਹ ਬਹੁਤ ਸਕਸੈਸਫੁਲ ਉਹਨੇ ਉਹ ਸਕਸੈਸ ਹੋ ਗਿਆ ਹੈ, ਉਹਨੇ ਬਹੁਤ ਪੈਸਾ ਕਮਾ ਲਿਆ ਹੈ, ਲੇਕਿਨ ਆਥਰ ਇੱਥੇ ਕਹਿ ਰਿਹਾ ਬਟ ਦ ਮਨੀ ਹੀ ਓਬਟੇਨਡ ਬਾਈ ਦ ਫਰਾਡ ਯੂਜਲੀ ਟੇਕਸ ਵਿੰਗਸ ਐਂਡ ਫਲਾਈਜ਼ ਅਵੇ। ਉਹ ਕਹਿੰਦੇ ਕਿ ਜਿਹੜਾ ਪੈਸਾ ਤੁਸੀਂ ਚੋਰੀ ਨਾਲ ਕਮਾਉਂਦੇ ਹੋ, ਜਿਹੜਾ ਤੁਸੀਂ ਫਰਾਡ ਤਰੀਕੇ ਨਾਲ ਕਮਾਉਂਦੇ ਹੋ, ਉਹ ਕੁਝ ਸਮੇਂ ਤੱਕ ਤੁਹਾਡੇ ਨਾਲ ਰਹਿੰਦਾ ਹੈ, ਲੇਕਿਨ ਬਾਕੀ ਜੋ ਬਹੁਤ ਹੀ ਕਮਿੰਗ ਟਾਈਮ ਨੀਅਰ ਫਿਊਚਰ ਦੇ ਵਿੱਚ ਤੁਸੀਂ ਜਿਹੜੇ ਹੋ ਫਿਰ ਥੱਲੇ ਆ ਜਾਂਦੇ ਹੋ। ਤੁਹਾਡੇ ਜਿਹੜੇ ਪਰ ਹੈਗੇ ਉਹ ਫਿਰ ਤੁਹਾਨੂੰ ਰਿਐਲਿਟੀ ਗਰਾਊਂਡ ਤੇ ਲੈ ਕੇ ਆਉਂਦਾ ਹੈ। ਉਹ ਜਿਹੜਾ ਪੈਸਾ ਹੈ ਉਹ ਜ਼ਿਆਦਾ ਤੇ ਤੁਹਾਡੇ ਕੋਲ ਟਿਕਦਾ ਨਹੀਂ ਹੈ। ਸੋ ਆਥਰ ਦਾ ਕਹਿਣ ਦਾ ਭਾਵ ਇਹੀ ਹੈ ਕਿ ਜੇ ਤੁਹਾਡੇ ਕੋਲ ਪੈਸਾ ਬਹੁਤ ਹੈ ਲੇਕਿਨ ਮਨ ਦੀ ਸ਼ਾਂਤੀ ਨਹੀਂ ਹੈ, ਐਂਡ ਉਹਨਾਂ ਨੇ ਐਗਜ਼ਾਮਪਲ ਇੱਥੇ ਦਿੱਤੀ ਹੈ ਕਿ ਜੇ ਤੁਸੀਂ ਚੋਰੀ ਦਾ ਪੈਸਾ ਕਰਦੇ ਹੋ ਇਟ ਮੀਨਸ ਤੁਸੀਂ ਆਪਣੇ ਆਪ ਨਾਲ ਚੋਰੀ ਕਰ ਰਹੇ ਹੋ। When we rob from another, we rob from ourselves। It means ਤੁਸੀਂ ਜੇ ਕਿਸੇ ਦਾ ਚੋਰੀ ਕਰ ਰਹੇ ਹੋ, ਕਿਸੇ ਦਾ ਨੁਕਸਾਨ ਕਰ ਰਹੇ ਹੋ, ਉਹ ਨੁਕਸਾਨ ਤੁਹਾਡੇ ਨਾਲ ਵੀ ਹੋਗਾ। Because we are in mood of lack and limitation which may manifest itself in our body। It means ਜੇ ਆਪਾਂ ਕੁਝ ਗਲਤ ਕੰਮ ਕੀਤਾ ਹੈ, ਕੋਈ ਚੋਰੀ ਕੀਤੀ ਹੈ ਐਂਡ ਦੈਨ ਪੈਸਾ ਕਮਾਇਆ ਹੈ, ਇਟ ਮੀਨਸ ਸਾਡਾ ਜਿਹੜਾ ਮੂਡ ਹੈਗਾ ਕੰਮ ਕਰਨ ਦਾ ਉਹ ਸੀਗਾ ਹੀ ਨਹੀਂ ਕਦੀ। ਅਸੀਂ ਆਪਣੇ ਆਪ ਨੂੰ ਰਿਸਟ੍ਰਿਕਟ ਕਰ ਲਿਆ, ਅਸੀਂ ਆਪਣੇ ਆਪ ਨੂੰ ਲਿਮਿਟ ਕਰ ਲਿਆ ਕਿ ਅਸੀਂ ਉਹ ਚੀਜ਼ ਨਹੀਂ ਕਰ ਸਕਦੇ। ਸੋ ਆਥਰ ਨੇ ਇਹੀ ਕਿਹਾ ਹੈ ਕਿ what we think and feel we create।
ਆਪਾਂ ਪਿਛਲੇ ਕੁਝ ਸੈਸ਼ਨਸ ਦੇ ਵਿੱਚ ਵੀ ਇਹ ਗੱਲ ਕੀਤੀ ਹੈ ਕਿ ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਮਹਿਸੂਸ ਕਰਦੇ ਹਾਂ, ਅਸੀਂ ਉਹ ਕ੍ਰੀਏਟ ਕਰ ਲੈਂਦੇ ਹਾਂ। ਜਿਹੜੀ ਰਿਐਲਿਟੀ ਹੈ ਉਹ ਸਾਡੇ ਥਾਟਸ ਨਾਲ ਹੀ ਬਣਦੀ ਹੈ। what we create what we believe। ਸੋ ਆਥਰ ਕਹਿ ਰਿਹਾ ਕਿ ਜੇ ਅਸੀਂ ਪੈਸਾ ਕਮਾ ਲਿਆ ਫਰਾਡਲੈਂਟ ਤਰੀਕੇ ਨਾਲ, ਹੀ ਇਜ਼ ਨਾਟ ਸਕਸੈਸਫੁਲ। देयर इज नो सक्सेस विदाउट पीस ऑफ माइंड। ਆਪਾਂ ਨਾ ਕਈ ਵਾਰ ਕਹਿ ਦਿੰਦੇ ਆ, ਜੇ ਮੈਂ ਪਰਸਨਲੀ ਗੱਲ ਕਰਾਂ ਕਿ ਉਹ ਬਹੁਤ ਅਮੀਰ ਘਰਾਣੇ ਤੋਂ ਹੈਗਾ, ਉਹਨੇ ਬਹੁਤ ਪੈਸਾ ਕਮਾਇਆ ਹੈ, ਲੇਕਿਨ ਉਹਦਾ ਜਿਹੜੀ ਘਰ ਦੀ ਸ਼ਾਂਤੀ ਹੈ ਨਾ, ਉਹ ਸੁਖੀ ਨਹੀਂ ਹੈਗਾ ਅੰਦਰੋਂ। ਇਹ ਹੁੰਦਾ ਹੈ ਕਿਉਂਕਿ ਜੇ ਅਸੀਂ ਸਿਰਫ ਪੈਸੇ ਵੱਲ ਲੱਗ ਜਾਵਾਂਗੇ, ਸਾਡਾ ਜਿਹੜਾ ਪੀਸ ਆਫ ਮਾਈਂਡ ਹੈ, ਸਾਡੀ ਜਿਹੜੀ ਫੈਮਿਲੀ ਹੈ, ਪਰਸਨਲ ਲਾਈਫ ਹੈ, ਜਿਹੜੇ ਰਿਸ਼ਤੇ ਹੈ, ਉਹ ਖਰਾਬ ਹੁੰਦੇ। ਇਫ ਵੀ ਫੋਕਸ ਜਸਟ ਔਨ ਵਨ। दैट इज वाई उन्होंने 10 स्टेप्स दसे सानू ते तीजा स्टेप सब तो इंपॉर्टेंट उन्होंने ऑथर ने कहा है। सो व्हाट गुड इज man's accumulated wealth if he cannot sleep nights, is sick or has a guilt complex। so what he said, author कह रहा है कि जे ਅਸੀਂ ਪੈਸਾ ਕਮਾ ਰਹੇ ਲੇਕਿਨ ਸਾਡਾ ਪੀਸ ਆਫ ਮਾਈਂਡ ਹੀ ਨਹੀਂ ਹੈ, ਸਾਨੂੰ ਰਾਤਾਂ ਨੂੰ ਨੀਂਦ ਹੀ ਨਹੀਂ ਆ ਰਹੀ और ਅਸੀਂ ਸਾਡੀ ਹੈਲਥ ਖਰਾਬ ਹੋ ਰਹੀ ਹੈ, ਫਿਰ ਉਸ ਪੈਸੇ ਦਾ ਕੀ ਮਤਲਬ ਬਣਦਾ? ਉਸ ਪੈਸੇ ਦਾ ਕੋਈ ਫਾਇਦਾ ਹੀ ਨਹੀਂ ਉਸ ਚੀਜ਼ ਦਾ। देन ऑथर कह रहे उन्होंने बहुत सारी एग्जांपल्स दित्तियां छोटियां छोटियां, जिहदे विच उन्होंने कहा है कि एक आर्टिकल पब्लिश होया सी ईयर्स पहला ऑयल मैग्नेट दे उपर। ਉਹਦੇ ਵਿੱਚ ਕੀ ਸੀ, ਇੱਕ ਬੰਦਾ ਸੀ ਜਿਹਨੇ ਫਰਾਡ ਤਰੀਕੇ ਨਾਲ ਬਹੁਤ ਪੈਸਾ ਕਮਾਇਆ, ਉਹਨੇ ਬਹੁਤ ਸਕਸੈਸ ਹਾਸਲ ਕੀਤਾ, ਲੇਕਿਨ ਜਦੋਂ ਉਹਨੇ ਇੱਕ ਦਿਨ ਆਪਣੀਆਂ ਅੱਖਾਂ ਬੰਦ ਕੀਤੀਆਂ, ਉਹਨੂੰ ਰਿਅਲਾਈਜ਼ ਹੋਇਆ, ਉਹਨੂੰ ਇੱਕ ਸੈਂਸ ਆਫ ਗਿਲਟ ਆਈ ਅੰਦਰੋਂ ਕਿ ਮੈਂ ਕੀ ਕਰ ਰਿਹਾ, ਵਾਟ ਆਈ ਹੈਵ ਡਨ। ਤੇ ਜਦੋਂ ਉਹ ਰਿਅਲਾਈਜੇਸ਼ਨ ਹੋਈ ਉਹਨੂੰ, ਹੀ ਸਰੈਂਡਰਡ ਇਨ ਦ ਫਰੰਟ ਆਫ ਪੁਲਿਸ। ਉਹਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕੀਤਾ, ਉਹ ਅੰਦਰ ਰਹਿ ਕੇ ਆਇਆ ਜੇਲ੍ਹ ਦੇ, ਐਂਡ ਦੈਨ ਜਦੋਂ ਬਾਹਰ ਆਇਆ ਐਂਡ ਹੀ ਵਾਸ ਸੋ ਪੀਸ ਆਫ ਮਾਈਂਡ ਸੀ ਉਹਦੇ ਵਿੱਚ, ਕਿ ਉਹ ਇੰਨਾ ਖੁਸ਼ ਸੀ ਕਿ ਜੋ ਮੈਂ ਗਲਤੀ ਕੀਤੀ ਹੈ ਮੈਂ ਉਹਦੀ ਸਜ਼ਾ ਵੀ ਭੁਗਤ ਆਇਆ, ਐਂਡ ਹੁਣ he is living a wonderful life। मतलब इस बेस के ऊपर एक आर्टिकल सी जो ऑथर ने अपने इस चैप्टर ਦੇ ਵਿੱਚ ਮੈਂਸ਼ਨ ਕੀਤਾ ਹੈ। And then ਉਹ ਇਹੀ ਕਹਿ ਰਿਹਾ, if you can imagine an objective clearly, you will be provided with the necessities। ਇੱਥੇ ਉਹ ਕਹਿ ਰਹੇ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ, ਜੋ ਤੁਹਾਡਾ ਆਬਜੈਕਟਿਵ ਹੈ, ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਜਾਂ ਕੋਈ ਦੁਕਾਨ ਖੋਲਣਾ ਚਾਹੁੰਦੇ ਹੋ, ਕੋਈ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ, ਜੇ ਮੈਂ ਹੁਣ ਐਜ਼ ਅ ਸਕਸੈਸ ਦੀ ਗੱਲ ਕਰਾਂ ਕਿ ਕੋਈ ਬਿਜ਼ਨਸ ਆਪਣਾ ਸਟਾਰਟ ਕਰਨਾ ਚਾਹੁੰਦੇ ਹੋ, ਪੈਸਾ ਕਮਾਉਣਾ ਚਾਹੁੰਦੇ ਹੋ, ਤੁਸੀਂ ਉਸ ਚੀਜ਼ ਨੂੰ ਇਮੇਜਿਨ ਕਰਨਾ ਸ਼ੁਰੂ ਕਰੋ। ਅਸੀਂ ਲਾਸਟ ਸੈਸ਼ਨ ਦੇ ਵਿੱਚ ਵਿਜ਼ੂਅਲਾਈਜੇਸ਼ਨ ਦੀ ਗੱਲ ਕੀਤੀ ਸੀ, ਇੱਕ ਸਪੀਕਰ ਨੇ ਉਸ ਵਿਜ਼ੂਅਲਾਈਜੇਸ਼ਨ ਦੇ ਉੱਪਰ ਇਸ ਚੈਪਟਰ ਨੂੰ ਵੀ ਪੇਸ਼ ਕੀਤਾ ਆਥਰ ਨੇ, ਕਿ ਜੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਉਹਨੂੰ ਰਿਐਲਿਟੀ ਵਿੱਚ ਲਿਆਉਣਾ ਚਾਹੁੰਦੇ ਹੋ, ਤੁਹਾਨੂੰ ਪਹਿਲੇ ਉਹ ਰਿਐਲਿਟੀ ਆਪਣੇ ਮਾਈਂਡ ਵਿੱਚ, ਆਪਣੇ ਬ੍ਰੇਨ ਦੇ ਵਿੱਚ, ਆਪਣੇ ਵਿਜ਼ਨ ਦੇ ਵਿੱਚ ਲੈ ਕੇ ਆਉਣੀ ਪਏਗੀ। ਸੋ in considering the 3 steps to success, you must never forget the underlying power of creative forces of your subconscious mind। ਹੁਣ ਇਹਨਾਂ ਸਭ ਜਿਹੜੇ ਆਪਾਂ 3 ਸਟੈਪਸ ਦੱਸੇ ਆ ਮੈਂ ਤੁਹਾਨੂੰ, ਜਿਹੜੇ ਆਥਰ ਨੇ ਇੱਥੇ ਐਕਸਪਲੇਨ ਕੀਤੇ ਨੇ, ਉਹ ਕਹਿ ਰਹੇ ਕਿ ਇਹਨਾਂ ਸਭ ਚੀਜ਼ਾਂ ਦੇ ਵਿੱਚ ਤੁਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਨਹੀਂ ਭੁੱਲਣਾ, ਕਿਉਂਕਿ ਸਭ ਕੁਝ ਇੱਥੇ ਸਟੋਰ ਹੈ ਫਰੋਮ ਯੋਰ ਚਾਈਲਡਹੁੱਡ ਟਿਲ ਟੁਡੇ। ਸਭ ਕੁਝ ਜਿੰਨੇ ਮੈਮਰੀਜ਼ ਹੈ, ਜਿੰਨੇ ਲਾਈਫ ਟਾਈਮ ਐਕਸਪੀਰੀਅੰਸ ਹੈ, ਉਹ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਹੈਗੇ ਨੇ। ਕਿਉਂਕਿ ਜਿਹੜਾ ਕੌਂਸ਼ੀਅਸ ਮਾਈਂਡ ਹੈ ਉਹ ਇੱਕ ਮੋਟਰ ਹੈ, ਲੇਕਿਨ ਮੋਟਰ ਨੂੰ ਸ਼ੁਰੂ ਕਰਨ ਵਾਸਤੇ ਆਥਰ ਕਹਿੰਦਾ ਕਿ ਤੁਹਾਨੂੰ ਸਬਕੌਂਸ਼ੀਅਸ ਮਾਈਂਡ ਨਾਲ ਇੱਕ ਬੈਲੈਂਸ ਮੇਨਟੇਨ ਕਰਨਾ ਪਏਗਾ। ਸੋ ਇਹ ਸਭ ਚੀਜ਼ਾਂ ਆਥਰ ਨੇ ਕਹੀਆਂ ਨੇ। ਐਂਡ ਦੈਨ ਉਹਨਾਂ ਨੇ ਇੱਕ ਹੋਰ ਐਗਜ਼ਾਮਪਲ ਦਿੱਤੀ ਹੈ ਚੈਪਟਰ ਦੇ ਵਿੱਚ ਕਿ ਹਾਊ ਹੀ ਮੇਡ ਹਿਜ਼ ਕਮ ਟਰੂ। ਉਹਨਾਂ ਨੇ ਇੱਕ ਮੂਵੀ ਐਕਟਰ ਸੀਗਾ, ਜਦੋਂ ਉਹ सक्सेसफुल मूवी एक्टर, और बचपन में एक सपना सी कि मैं बहुत सक्सेसफुल एक्टर बना है ਤੇ ਮੈਂ ਵੀ ਇੱਕ ਸਿਲਵਰ ਸਕਰੀਨ ਦੇ ਉੱਤੇ ਮੇਰੀ ਪਿਕਚਰ ਆਵੇ, ਰਾਈਟ। ਸੋ ਉਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਜਦੋਂ ਉਹ ਆਪਣੇ ਫੀਲਡ ਵਿੱਚ, ਆਪਣੇ ਗਾਉਂ ਦੇ ਵਿੱਚ, ਫਾਰਮਸ ਦੇ ਵਿੱਚ ਖੇਤੀਬਾੜੀ ਕਰ ਰਿਹਾ ਸੀ, ਤੇ ਉਹਨੂੰ ਇੱਕ ਸੁਪਨਾ ਆਇਆ, ਉਹਨੇ ਇੱਕ ਆਪਣਾ ਇੱਕ ਵਿਜ਼ਨ ਦੇਖਿਆ ਉੱਥੇ ਕਿ ਮੇਰਾ ਇੱਕ ਬਹੁਤ ਵੱਡੀ ਹੋਰਡਿੰਗ ਲੱਗੀ ਹੋਈ ਹੈ ਤੇ ਮੈਂ ਇੱਕ ਮੂਵੀ ਥੀਏਟਰ ਦੇ ਵਿੱਚ, ਮੇਰੀ ਮੂਵੀ ਸਕਰੀਨ ਤੇ ਮੇਰੀ ਮੂਵੀ ਆ ਰਹੀ ਹੈ। ਉਹਨੇ ਉਹ ਇਮੇजिन करना शुरू किया। सो ही इज जस्ट गिविंग एग्जांपल ऑफ इमेजिनेशन कि मेरी की इमेजिनेशन है, मैं किदां उस बंदे ने जो एग्जांपल दी है ऑथर ने कि किवें इमेजिन करके एक बंदा बचपन तो इमेजिन करता आ रहा है, रिपीट करता आ रहा है उस चीज़ नूं, अफर्मेशन करता आ रहा है उस चीज़ की कि मैं आई एम अ सक्सैसफुल एक्टर, मैं सक्सैसफुल एक्टर बनूंगा। उस चीज़ से वो अज ही इज अ वेरी गुड एक्टर टुडे। सो दिस इज हाउ ऑथर ने एक अपनी जी सब कॉन्शियस माइंड की पावर है उन्होंने इत्थे दर्शाया है। दैन उन्होंने एक एग्जांपल दी है, हिज ड्रीम फार्मेसी बिकेम अ रियलिटी।
ਇਹਦੇ ਵਿੱਚ ਉਹਨਾਂ ਨੇ ਕਿਹਾ ਕਿ 30 years ago, I knew a young pharmacist who was receiving $40 a week plus commission on sales. Not bad. Author ने यही किया कि तुसी इन्ने साल अपने 25 साल 30 साल जिंदगी तुसी सगो उन्होंने एक जब उन्होंने बंदे ने कॉन्वर्सेशन चल रही है दोवां दी एंड देन उस बंदे ने ऑथर ने कहा कि मेरे को इतना पैसा नहीं have no money ਉਸ ਫਾਰਮਾਸਿਸਟ ਨੂੰ ਦੱਸਿਆ ਸਕਦੇ ਹੋ ਐਂਡ ਉਹੀ ਚੀਜ਼ ਹੋਇਆ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਉਸ ਬੰਦੇ ਨੂੰ ਐਕਸਪਲੇਨ ਕੀਤਾ ਹੈ ਕਿ ਜਿਹੜਾ ਫਰਸਟ ਸਟੈਪ ਹੈ towards the goal of opening your store is awakening to the powers of subconscious mind, which I briefly elaborated on for his benefit. उन्होंने author ने explain ਕੀਤਾ ਉਹਨਾਂ ਨੂੰ ਕਿ ਕਿੱਦਾਂ ਤੁਸੀਂ use ਕਰ ਸਕਦੇ ਹੋ ਕਿ ਤੁਸੀਂ ਅਵੇਕਨ ਹੋਵੋ ਪਹਿਲਾਂ ਕਿ ਉਹ ਤੁਹਾਡੇ ਕੋਲ ਸਬਕੌਂਸ਼ੀਅਸ ਮਾਈਂਡ ਹੀ ਹੈ ਕਿਉਂਕਿ ਅਕਸਰ ਹੁੰਦਾ ਹੈ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਆਪਣੇ ਕੌਂਸ਼ੀਅਸ ਮਾਈਂਡ ਨਾਲ ਗੱਲਾਂ ਕਰਦੇ ਨੇ ਕੌਂਸ਼ੀਅਸ ਮਾਈਂਡ ਨਾਲ ਸਭ ਕੁਝ ਲਾਉਂਦੇ ਨੇ ਆਈ ਮੀਨ ਮੈਜੋਰਿਟੀ ਆਫ ਦ ਪੀਪਲ ਉਹਨਾਂ ਨੂੰ ਨਹੀਂ ਪਤਾ ਕਿ ਸਬਕੌਂਸ਼ੀਅਸ ਮਾਈਂਡ ਕੀ ਹੈ तो पहले तुसी अपने आप को अवेकन करो कि हाँ देयर आर टू माइंड्स व्हिच आर वेरी इंपॉर्टेंट इन आवर लाइफ एंड देन उन्होंने सेकंड स्टेप उन्होंने इस दस्या कि रियलाइजेशन होनी चाहिए कि तुसी की यू नो सक्सीड किवें होना है एंड की अपना गोल जिहड़ा है वो की अचीव करना चाहते हो वो तुसी सबकॉन्शियस माइंड के ऊपर बिठाना है एंड देन बाकी काम तुहाडा सारा जिहड़ा है वो माइंड ब्रेन एंड देन भगवान है ਇਹਦੇ ਆਥਰ ਨੇ ਇੱਕ ਆਬਵੀਅਸਲੀ ਗੋਡ ਨੂੰ ਵੀ ਬਹੁਤ ਪ੍ਰੈਫਰੈਂਸ ਦਿੱਤੀ ਹੈ ਕਿ ਇਹ ਨਹੀਂ ਹੈ ਕਿ ਕੱਲਾ ਤੁਸੀਂ ਹੀ ਸਾਰੇ ਐਫਰਟਸ ਕਰ ਰਹੇ ਹੋ ਤੇ ਸਭ ਕੁਝ ਫਰੂਟਫੁਲ ਰਿਜ਼ਲਟਸ ਆ ਰਹੇ ਨੇ ਇੱਥੇ ਜੇ ਤੁਸੀਂ ਰੱਬ ਦਾ ਵੀ ਨਾਮ ਲੈ ਰਹੇ ਹੋ ਉਹਨੂੰ ਨਾਲ ਲੈ ਕੇ ਚੱਲ ਰਹੇ ਹੋ and then only you will be attaining success in your life so ਇਹ ਸਭ ਜਦੋਂ ਫਾਰਮੇਸਿਸਟ ਨਾਲ ਕਨਵਰਸੇਸ਼ਨ ਚੱਲ ਰਹੀ ਸੀ ਉਹਨਾਂ ਨੇ ਫਿਰ ਉਸ ਚੀਜ਼ ਨੂੰ ਅਵੇਕਨ ਕੀਤਾ ਉਸ ਬੰਦੇ ਨੂੰ ਐਂਡ ਦੈਨ ਉਹਨੇ ਉਸ ਗਰਾਊਂਡਸ ਦੇ ਉੱਪਰ ਆਪਣਾ ਵਰਕਆਊਟ ਕਰਨਾ ਸ਼ੁਰੂ ਕੀਤਾ ਐਂਡ ਅੱਜ ਲਾਈਕ ਵਾਟ ਇਟ ਇਜ਼ ਰਿਟਨ ਦਿਸ ਚੈਪਟਰ ਕਿ ਜਦੋਂ ਉਹਨੇ ਜੌਬ ਤੇ ਰਿਜ਼ਾਈਨ ਦਿੱਤਾ ਹੀ ਸਟਾਰਟਡ ਵਰਕਿੰਗ ਔਨ ਹਿਸ ਸਬਕੌਂਸ਼ੀਅਸ ਮਾਈਂਡ ਐਂਡ ਅੱਜ ਉਹਨੇ ਆਪਣਾ ਸਟੋਰ ਉੱਥੇ ਪਾ ਲਿਆ ਸੋ ਇੱਥੇ ਉਹਨਾਂ ਨੇ ਕੀ ਲਿਖਿਆ ਹੈ ਕਿ ਇੱਕ ਸਬਕੌਂਸ਼ੀਅਸ ਮਾਈਂਡ ਦੇ ਥਰੂ ਕਿਵੇਂ ਤੁਸੀਂ ਸਕਸੀਡ ਕਰ ਸਕਦੇ ਹੋ then एक अगेन उन्होंने एग्जांपल देती है एक बच्चे की एग्जांपल देती है एक स्कूल लाइफ बच्चे की एग्जांपल देती है कि किवें एक ਜਿਹੜਾ ਬੱਚਾ ਹੈਗਾ ਹੈ ਯੰਗ ਬॉय ਜਿਹੜਾ ਹਾਈ ਸਕੂਲ ਅਟੈਂਡ ਕਰ ਰਿਹਾ ਸੀ ਉਹਨਾਂ ਨੇ ਇੱਕ ਵਾਰੀ ਆਥਰ ਨੂੰ ਕਿਹਾ ਕਿ ਸਰ ਆਈ ਐਮ ਗੈਟਿੰਗ ਵੈਰੀ ਪੂਅਰ ਗ੍ਰੇਡਸ ਮੇਰੇ ਨੰਬਰ ਨਹੀਂ ਚੰਗੇ ਆਉਂਦੇ ਐਗਜ਼ਾਮਸ ਦੇ ਵਿੱਚ ਮੇਰੀ ਜਿਹੜੀ ਮੈਮਰੀ ਹੈ ਉਹ ਬਹੁਤ ਵੀਕ ਹੈ ਮਾਈ ਮੈਮਰੀ ਇਜ਼ ਫੇਲਿੰਗ ਆਈ ਡੂ ਨਾਟ ਨੋ ਵਾਟ ਇਜ਼ ਦ ਮੈਟਰ तो एक क्वेश्चन उन्होंने एक बच्चे ने स्कूल गोइंग बच्चे ने ऑथर ਨੂੰ ਪੁੱਛਿਆ ਤੇ ਆਥਰ ਨੇ ਫਿਰ ਅਗੇਨ ਉਸ ਸਬਕੌਂਸ਼ੀਅਸ ਮਾਈਂਡ ਦੇ ਬਾਰੇ ਉਹਨਾਂ ਨੂੰ ਦੱਸਿਆ ਕਿ ਕਿਵੇਂ ਤੂੰ ਆਪਣੀ ਸਬਕੌਂਸ਼ੀਅਸ ਮਾਈਂਡ ਨੂੰ ਯੂਜ਼ ਕਰਕੇ ਆਪਣੇ ਆਪਣੇ ਐਗਜ਼ਾਮਸ ਦੇ ਵਿੱਚ ਆਪਣੀ ਕਲਾਸ ਦੇ ਵਿੱਚ ਟੌਪ ਕਰ ਸਕਦਾ ਉਹਨਾਂ ਨੇ ਇੱਥੇ ਅਫਰਮੇਸ਼ਨ ਦੀ ਗੱਲ ਕੀਤੀ ਉਸ ਬੱਚੇ ਦੇ ਨਾਲ ਕਿ ਤੂੰ ਰੋਜ਼ ਸਵੇਰੇ ਐਂਡ ਰਾਤੀ ਸੌਣ ਤੋਂ ਪਹਿਲਾਂ ਉੱਠ ਕੇ ਅਫਰਮੇਸ਼ਨ ਕਰਨੀ ਹੈ ਕਿ ਆਈ ਮਾਈ ਸਬਕੌਂਸ਼ੀਅਸ ਮਾਈਂਡ ਇਜ਼ a storehouse of the memory, of course. It retains everything I read and hear from my teachers. Affirmation भी देखो कितनी strong author ने उन्होंने दसी सी कि मैनू मेरे सबकॉन्शियस माइंड का पता है जिथे बहुत deep intellectual memories जुड़ियां हुई ने कि जो मेरी टीचर क्लास ਦੇ ਵਿੱਚ ਮੈਨੂੰ ਦੱਸ ਰਹੀ ਹੈ ਉਹ ਮੇਰਾ सबकॉन्शियस माइंड रिटेन कर रहा है this is a affirmation that ਉਹ ਦੱਸ ਰਹੇ ਨੇ I have a perfect memory. मेरी memory जो है ਜਿਹੜੀ ਉਹ ਬਹੁਤ perfect है and the infinite intelligence in my subconscious mind constantly reveals to me everything I need to know at all my examinations. तो ਇਹ ਇੱਕ ਲੰਬੀ affirmation ਹੈ ਜਿਹੜੀ ਉਸ author ਨੇ ਉਹ ਸਕੂਲ ਗੋਇੰਗ ਸਟੂਡੈਂਟ ਨੂੰ ਦੱਸੀ ਹੈ ਕਿ ਤੂੰ ਇਹ ਅਫਰਮੇਸ਼ਨ ਰੋਜ਼ ਸੌਣ ਤੋਂ ਪਹਿਲਾਂ ਰਾਤੀ ਤੇ ਸਵੇਰੇ ਉੱਠਣ ਤੋਂ ਬਾਅਦ ਬੋਲਣੀ ਹੀ ਬੋਲਣੀ ਹੈ ਫॉर अ longer period of time. And ohi hoya, this young man is now enjoying a greater freedom than he has ever known. So he is now receiving all A's. ਹੁਣ ਇਸ affirmation ਨੂੰ practice ਕਰਨ ਤੋਂ ਬਾਅਦ ਆਪਣੇ subconscious mind ਨੂੰ use ਕਰਨ ਤੋਂ ਬਾਅਦ ਅੱਜ ਉਹਦੇ ਜਿਹੜੇ grades ਹੈ ਉਹ A ਆ ਰਹੇ A plus or A's ਆ ਰਹੇ ਨੇ So this is how we can use this subconscious mind ਦੀ ਜਿਹੜੀ power as a partner in studies, in education, and your success. ਦੈਨ ਉਹਨਾਂ ਨੇ ਇੱਕ ਕੁੜੀ ਦੀ ਗੱਲ ਕੀਤੀ ਸੀ ਕਿ ਉਹ ਗੱਡੀ ਲੈਣਾ ਚਾਹੁੰਦੀ ਸੀ ਉਹਦੇ ਕੋਲ ਪੈਸਾ ਨਹੀਂ ਸੀਗਾ ਉਹ ਹਮੇਸ਼ਾ ਰੋਜ਼ ਬੱਸ ਵਿੱਚ ਧੱਕੇ ਖਾ ਕੇ ਆਪਣੇ ਆਫਿਸ ਜਾਂਦੀ ਸੀ ਤੇ ਉਦਾਂ ਹੀ ਉਹ ਕਨਵਰਸੇਸ਼ਨ ਦੇ ਵਿੱਚ ਆਥਰ ਨੇ ਉਸ ਕੁੜੀ ਨੂੰ ਵੀ ਐਕਸਪਲੇਨ ਕੀਤਾ ਕਿ ਕਿਵੇਂ ਤੂੰ ਗੱਡੀ ਵੀ ਆਪਣੀ ਬਾਏ ਕਰ ਸਕਦੀ ਹੈ
ਦੈਨ ਅਫਰਮੇਸ਼ਨ ਦੇ ਬਾਰੇ ਦੱਸਿਆ ਉਹਨਾਂ ਨੇ ਕਿ ਯੈਸ ਆਈ ਆਲਰੇਡੀ ਓਨ ਅ ਕਾਰ, ਉਸ ਬੇਸਿਸ ਤੇ ਉਹਨੇ ਫਿਰ ਗੱਡੀ ਵੀ ਲੈ ਲਈ। ਸੋ ਇਹ ਚੀਜ਼ਾਂ ਹੈਗੀਆਂ ਨੇ, ਆਥਰ ਨੇ ਵੀ ਇਹੀ ਕਿਹਾ। ਐਂਡ ਪਰਸਨਲੀ ਜੇ ਤੁਸੀਂ ਮੈਨੂੰ ਵੀ ਪੁੱਛੋ, ਬਿਕਾਜ਼ ਆਈ ਹੈਵ ਗॉट ਦਿਸ ਓਪਰਚੁਨਿਟੀ, ਤੇ ਮੈਂ ਵੀ ਸ਼ੇਅਰ ਕਰਨਾ ਚਾਹੂੰਗਾ ਕਿ ਜਦੋਂ ਮੈਂ ਵੀ ਗੱਡੀ ਲੈਣੀ ਸੀ, ਆਈ ਯੂਜ਼ ਟੂ ਡੂ ਅਫਰਮੇਸ਼ਨਸ ਕਿ ਯੈਸ ਹੁਣ ਮੇਰੇ ਕੋਲ ਕਾਰ ਆ ਚੁੱਕੀ ਹੈ, ਮੇਰੇ ਕੋਲ ਕਾਰ ਆ ਚੁੱਕੀ ਹੈ। ਕਿਵੇਂ ਆਏਗੀ, ਕਿੱਦਾਂ ਆਏਗੀ, ਉਹ ਤੁਸੀਂ ਬਾਅਦ ਦੀ ਗੱਲ ਹੈ। ਬਟ ਜੇ ਤੁਸੀਂ ਇੱਕ ਆਪਣੇ ਮਾਈਂਡ ਵਿੱਚ, ਆਥਰ ਕਹਿ ਰਿਹਾ, ਜੇ ਤੁਸੀਂ ਮਾਈਂਡ ਵਿੱਚ ਇਮੇਜਿਨ ਕਰ ਲਿਆ ਕਿ ਮੇਰੇ ਕੋਲ ਗੱਡੀ ਹੈਗੀ ਹੈ, ਇਨ ਦ ਪ੍ਰੈਜ਼ੈਂਟ ਟੈਂਸ ਕਿ ਮੇਰੇ ਕੋਲ ਗੱਡੀ ਹੈਗੀ ਹੈ, then ਉਹ ਗੱਡੀ ਆਏਗੀ ਆਏਗੀ। ਕਿਵੇਂ ਆਏਗੀ, ਯੂ ਨੈਵਰ ਨੋ। ਸੋ ਪਹਿਲੇ ਦੇ ਆਪਣੇ ਜਿਹੜੇ ਫਰਸਟ ਸਟੈਪ ਇਜ਼ ਇੱਕ ਕਲੀਅਰ ਕਰੋ ਗੋਲ, ਐਂਡ ਦੈਨ ਆਪਣੇ ਇਮੇਜਿਨ ਕਰਨਾ ਨੂੰ ਸ਼ੁਰੂ ਕਰੋ, ਵਿਜ਼ੂਅਲਾਈਜ਼ ਕਰਨਾ ਸ਼ੁਰੂ ਕਰੋ। ਦੈਨ ਉਹਨਾਂ ਨੇ ਕਾਫੀ ਚੀਜ਼ਾਂ ਬਿਜ਼ਨਸ ਦੇ ਰਿਲੇਟਡ ਵੀ ਕਹੀਆਂ ਨੇ ਆਥਰ ਨੇ, ਕਿ ਜਿਹੜਾ ਇੱਕ ਸਕਸੈਸ ਟੈਕਨੀਕ ਹੈ ਦੈਟ ਇਜ਼ ਇੰਪਲੋਇਡ ਬਾਈ ਮੈਨੀ ਆਊਟਸਟੈਂਡਿੰਗ ਐਗਜ਼ੀਕਿਊਟਿਵਸ। ਜਿਹੜੇ ਬਿਜ਼ਨਸਮੈਨ ਹੁੰਦੇ, ਜਿਹੜੇ ਐਂਟਰਪ੍ਰੀਨਿਓਰਸ ਹੁੰਦੇ, ਜਿਹੜੇ ਸਕਸੈਸਫੁਲ ਬਿਜ਼ਨਸਮੈਨ ਹੈ, ਉਹ ਇੱਕ ਵਰਡ ਨੂੰ ਹਮੇਸ਼ਾ ਦਿਨ ਦੇ ਵਿੱਚ ਬਹੁਤ ਵਾਰ ਬੋਲਦੇ ਆ, ਦੈਟ ਇਜ਼ ਸਕਸੈਸ। ਸੋ ਆਥਰ ਇਹੀ ਸਾਨੂੰ ਕਹਿ ਰਿਹਾ ਕਿ ਸਾਨੂੰ ਬਾਰ-ਬਾਰ ਇਹ ਸਕਸੈਸ ਵਰਡ ਯੂਜ਼ ਕਰਨਾ ਚਾਹੀਦਾ ਹੈ। ਜਦੋਂ ਅਸੀਂ ਦਿਨ ਵਿੱਚ ਘੰਟੇ ਦੇ ਵਿੱਚ ਬਾਰ-ਬਾਰ ਜਾਂ ਹਰ 5 ਮਿੰਟ ਬਾਅਦ ਸਕਸੈਸ ਵਰਡ ਯੂਜ਼ ਕਰਾਂਗੇ, ਤੇ ਆਥਰ ਕਹਿੰਦਾ ਹੈ ਤੁਹਾਡਾ ਜਿਹੜਾ ਫੋਕਸ ਹੈ ਉਹ ਸਿਰਫ ਇੱਕ ਪਾਸੇ ਲੱਗਾ ਰਹੇਗਾ, ਦੈਟ ਇਜ਼ ਟੂ ਅਟੇਨ ਸਕਸੈਸ। ਤੁਹਾਡਾ ਜਿਹੜਾ ਹੋਰ ਡਿਸਟਰੈਕਸ਼ਨਸ ਹੁੰਦੀਆਂ ਨੇ, ਜਿਹੜੇ ਹੋਰ ਬੈਰੀਅਰਸ ਹੈਗੇ ਨੇ, ਆਬਸਟੈਕਲਸ ਹੈਗੇ ਨੇ, ਹਿੰਡਰੈਂਸਸ ਹੈਗੇ ਨੇ, ਉਹ ਸਾਹਮਣੇ ਨਹੀਂ ਆਉਣਗੀਆਂ, ਬਿਕਾਜ਼ ਯੂ ਆਰ ਫੋਕਸਡ ਟੁਵਰਡਸ ਯਰ ਗੋਲ, ਦੈਟ ਇਜ਼ ਸਕਸੈਸ। ਸੋ ਇੱਕ ਟਿਪ ਦਿੱਤੀ ਆਥਰ ਨੇ ਕਿ ਕਿਵੇਂ ਬਿਜ਼ਨਸਮੈਨ ਵੱਡੇ ਲੋਕ ਨੇ ਉਹ ਇਸ ਸਕਸੈਸ ਵਰਡ ਨੂੰ ਯੂਜ਼ ਕਰਦੇ ਆ, ਕਿਉਂਕਿ ਜਿਹੜਾ ਸਕਸੈਸ ਵਰਡ ਹੈ ਉਹ ਉਹਨਾਂ ਦੇ ਸਬਕੌਂਸ਼ੀਅਸ ਮਾਈਂਡ ਦੇ ਉੱਪਰ ਪੈ ਗਿਆ, ਰਾਈਟ। ਸੋ ਐਂਡ ਮੈਂ ਇਦਾਂ ਹੀ ਕਰੂੰਗਾ ਕਿ ਪ੍ਰੋਫਿਟੇਬਲ ਪੁਆਇੰਟਰਸ ਐਂਡ ਵਿੱਚ ਆਥਰ ਨੇ ਦੱਸੇ ਨੇ ਕਿ ਜੋ ਅਸੀਂ ਚੈਪਟਰ ਦੇ ਵਿੱਚ ਪੜ੍ਹਿਆ ਹੈ, ਉਹ ਹੈਗਾ ਕਿ ਪਹਿਲਾ ਉਹਨਾਂ ਨੇ ਇਹੀ ਕਿਹਾ ਕਿ ਸਕਸੈਸ ਜਿਹੜਾ ਹੈ ਉਹ ਦੈਟ ਇਜ਼ ਸਕਸੈਸਫੁਲ ਲਿਵਿੰਗ। ਭੁੱਲ ਜਾਓ ਕਿ ਸਿਰਫ ਪੈਸਾ ਹੀ ਸਕਸੈਸ ਹੈ। ਤੁਹਾਡਾ ਪੀਸ ਆਫ ਮਾਈਂਡ, ਤੁਹਾਡੀ ਇੰਟੈਗ੍ਰਿਟੀ, ਤੁਹਾਡੀ ਖੁਸ਼ੀ, ਤੁਹਾਡਾ ਜੋਏ ਨੇਚਰ, ਤੁਸੀਂ ਬਹੁਤ ਜੋ ਕਰਨਾ ਚਾਹੁੰਦੇ ਹੋ, ਡੂ ਵਾਟ ਯੂ ਲਵ ਐਂਡ ਲਵ ਵਾਟ ਯੂ ਡੂ, ਉਸ ਮੋਟਿਵ ਤੇ ਆਥਰ ਨੇ ਕਿਹਾ ਹੈ, ਉਸ ਮੋਟਿਵ ਤੇ ਉਹਨਾਂ ਨੇ ਫਰਸਟ ਪੁਆਇੰਟਰ ਰੱਖਿਆ ਹੈ ਕਿ ਤੁਹਾਨੂੰ ਜੋ ਕਰਨਾ ਹੈ ਉਹ ਦਿਲੋਂ ਕਰਨਾ ਹੈ। ਸੈਕੰਡ, ਉਹ ਚੀਜ਼ ਲੱਭੋ, ਉਹ ਗੋਲ ਡਿਫਾਈਨ ਕਰੋ ਤੁਸੀਂ ਕੀ ਕਰਨਾ ਚਾਹੁੰਦੇ ਹੋ, ਐਂਡ ਦੈਨ ਉਸ ਦੀ ਇੱਕ ਸਪੈਸ਼ਲ ਜਿਹੜੀ ਬ੍ਰਾਂਚੇਸ ਨੇ ਉਹਨਾਂ ਦੇ ਵਿੱਚ ਸਪੈਸ਼ਲਾਈਜੇਸ਼ਨ ਕਰੋ, ਐਂਡ ਦੈਨ ਆਸਕ ਫॉर द गाइडेंस ऑन द रेगुलर बेसिस, ਕਿਉਂਕਿ ਦੈਨ ਓਨਲੀ ਆਊਟਪੁੱਟ ਆਏਗੀ ਬਾਹਰ। Specialize in your particular field, and then successful man is not selfish। author ਕਹਿੰਦਾ ਹੈ ਕਿ ਜਿਹੜਾ successful ਬੰਦਾ ਹੈ ਉਹ selfish ਨਹੀਂ ਹੈ, ਉਹ society ਦੇ ਵਾਸਤੇ, ਉਹਦੇ ਹਿੱਤ ਵਾਸਤੇ ਕੰਮ ਕਰਦਾ ਹੈ। His main desire in life is to serve humanity। then author ਨੇ pointers ਵਿੱਚ ਹੋਰ end ਇਦਾਂ ਕੀਤਾ ਕਿ there is no true success without peace of mind। ਤੁਹਾਡੀ ਮਨ ਦੀ ਸ਼ਾਂਤੀ ਬਹੁਤ ਜ਼ਰੂਰੀ ਹੈ। A successful man possesses great psychological and spiritual understanding। ਤੁਹਾਡੀ ਜਿਹੜੀ understanding ਹੈ, spiritual understanding ਹੁੰਦਾ ਕਿ ਜਿਵੇਂ ਕੀ ਸਹੀ ਹੈ ਕੀ ਗਲਤ ਹੈ ਤੁਹਾਡੇ ਲਈ ਐਂਡ ਸੋਸਾਇਟੀ ਵਾਸਤੇ, ਉਹਦੇ ਵਿੱਚ ਮੇਨਟੇਨ ਰੱਖਣਾ, ਬੈਲੈਂਸ ਰੱਖਣਾ, ਗੈਪ ਰੱਖਣਾ, ਉਹ ਦੈਟ ਇਜ਼ ਅ ਕੁਆਲਿਟੀ ਆਫ ਅ ਸਕਸੈਸਫੁਲ ਮੈਨ। ਦੈਨ ਉਹਨਾਂ ਨੇ ਇੱਕ ਪੁਆਇੰਟਰ ਦੇ ਵਿੱਚ ਇਹ ਵੀ ਲਿਖਿਆ ਕਿ ਇਫ ਯੂ ਇਮੈਜਿਨ ਐਂਡ ਆਬਜੈਕਟਿਵ ਕਲੀਅਰਲੀ, ਜੇ ਤੁਸੀਂ ਜਿਹੜਾ ਆਬਜੈਕਟਿਵ ਹੈ, ਗੋਲ ਹੈ, ਉਹ ਕਲੀਅਰ ਹੈ, ਤੁਹਾਡੀ ਪਿਕਚਰ ਕਲੀਅਰ ਹੈ ਮਾਈਂਡ ਦੇ ਵਿੱਚ, ਦੈਨ ਤੁਹਾਨੂੰ ਜਿਹੜੀਆਂ ਅਫਰਮੇਸ਼ਨਸ ਹੈ ਉਹ ਸਬਕੌਂਸ਼ੀਅਸ ਮਾਈਂਡ ਨਾਲ ਯੂਜ਼ ਕਰਕੇ you can do wonders। and then if you are seeking promotion in your work, ਕਈ ਵਾਰੀ ਅਸੀਂ ਅੱਜ ਕੱਲ੍ਹ ਦੇ ਟਾਈਮ ਤੇ ਅਸੀਂ ਹਰ ਆਰਗੇਨਾਈਜੇਸ਼ਨ ਦੇ ਵਿੱਚ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਸਾਡੀ ਪ੍ਰਮੋਸ਼ਨ ਹੋ ਜਾਏ, ਸਾਡੀ ਸੈਲਰੀ 'ਚ ਇੰਕਰੀਮੈਂਟ ਲੱਗ ਜਾਵੇ। ਉਹਨਾਂ ਨੇ ਆਥਰ ਇਹੀ ਸਾਨੂੰ ਕਹਿ ਰਿਹਾ, if you are seeking promotion in your work, imagine your employer, supervisor or loved one congratulating you on your promotion। ਇਮੈਜਿਨ ਕਰੋ ਕਿ ਕੱਲ ਨੂੰ ਹੁਣੇ ਵੀ ਇਮੈਜਿਨ ਅੱਖਾਂ ਬੰਦ ਕਰਕੇ ਕਰ ਸਕਦੇ ਹੋ। ਆਥਰ ਕਹਿ ਰਿਹਾ ਕਿ ਤੁਹਾਡਾ ਜਿਹੜਾ ਬੌਸ ਹੈ ਤੁਹਾਨੂੰ ਕੰਗ੍ਰੈਚੁਲੇਟ ਕਰ ਰਿਹਾ, ਤੁਹਾਡੇ ਜਿਹੜੇ ਕਲੀਗਸ ਹੈ ਤੁਹਾਨੂੰ ਕੰਗ੍ਰੈਚੁਲੇਟ ਕਰ ਰਹੇ, ਹੈਂਡਸ਼ੇਕਸ ਕਰ ਰਹੇ ਨੇ ਕਿ ਯੈਸ ਯੂ ਹੈਵ ਗॉट ਪ੍ਰਮੋਸ਼ਨ, ਤੁਸੀਂ ਪ੍ਰਮੋਟ ਹੋ ਚੁੱਕੇ ਹੋ। ਦੈਟ ਇਜ਼ ਉਹਨਾਂ ਨੇ ਇਮੈਜਿਨੇਸ਼ਨ ਦੀ ਪਾਵਰ ਤੇ ਕੰਮ ਕਰਨ ਨੂੰ ਸਾਨੂੰ ਆਥਰ ਕਹਿ ਰਿਹਾ। ਐਂਡ ਇਫ ਯੂ ਜੇ ਕੋਈ ਵੀ ਤੁਸੀਂ ਪ੍ਰੋਪਰਟੀ ਸੇਲ ਕਰਨੀ ਹੈ, ਉਹਨਾਂ ਨੇ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਵੀ ਗੱਲ ਕੀਤੀ ਹੈ। ਪ੍ਰੋਫੈਸ਼ਨ ਐਂਡ ਪਰਸਨਲ ਲਾਈਫ, ਜਿਵੇਂ ਕਿਸੇ ਨੇ ਘਰ ਵੇਚਣਾ ਹੈ, ਕੋਈ ਜੁਐਲਰੀ ਵੇਚਣੀ ਹੈ, ਪਰ ਲੇਕਿਨ ਸਾਨੂੰ ਗਾਹਕ ਨਹੀਂ ਮਿਲਦਾ ਪਿਆ, ਵੀ ਨਾਟ ਗੈਟਿੰਗ ਐਨੀ ਜਿਹੜਾ ਸਾਡਾ ਘਰ ਖਰੀਦ ਲਵੇ। ਐਂਡ ਦੈਨ ਹੀ ਸੈਡ ਸਟਾਰਟ ਇਮੈਜਿਨਿੰਗ ਕਿ ਤੁਹਾਡਾ ਘਰ ਵਿਕ ਚੁੱਕਿਆ ਹੈ, ਤੁਹਾਡੇ ਕੋਲ ਇੱਕ ਬਾਇਰ ਆਇਆ ਹੈ, ਉਹਨੇ ਬਹੁਤ ਵਧੀਆ ਡੀਲ ਕੀਤੀ ਹੈ, ਤੁਹਾਡਾ ਘਰ ਵਿਕ ਗਿਆ। ਅਫਰਮ ਕਰੋ ਇਹ ਰੋਜ਼। ਸੋ ਉਸ ਅਫਰਮੇਸ਼ਨ ਬੇਸਿਸ ਤੇ ਯੂ ਕੈਨ ਡੂ ਵੰਡਰਸ ਅਗੇਨ। ਲਾਸਟਲੀ ਇਹੀ ਉਹਨਾਂ ਨੇ ਕਿਹਾ ਹੈ ਕਿ the idea of success contains all the elements of success,
ਰਿਪੀਟ ਦ ਵਰਡ ਸਕਸੈਸ, ਜੋ ਕਿ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਬਿਜ਼ਨਸਮੈਨ ਹੈਗੇ ਉਹ ਸਕਸੈਸ ਵਰਡ ਨੂੰ ਬਹੁਤ ਯੂਜ਼ ਕਰਦੇ, ਉਹ ਫ੍ਰੀਕੁਐਂਟਲੀ ਯੂਜ਼ ਕਰੋ ਐਂਡ ਯੂ ਵਿਲ ਬੀ ਅੰਡਰ ਸਬਕੌਂਸ਼ੀਅਸ ਕੰਪਲਸ਼ਨ ਟੂ ਸਕਸੀਡ। ਤੁਹਾਡਾ ਜਿਹੜਾ ਸਕਸੈਸ ਹੈ ਉਹ ਇੱਕ ਕੰਪਲਸ਼ਨ ਬਣ ਜਾਏਗਾ, ਉਹ ਇੱਕ ਜ਼ਰੂਰਤ ਬਣ ਜਾਏਗਾ ਕਿ ਹਾਂ ਮੈਨੂੰ ਸਕਸੈਸ ਮਿਲਣਾ ਹੀ ਮਿਲਣਾ ਹੈ। ਸੋ ਇਹ ਸਾਰਾ ਜੋ ਹੈ ਉਹ ਇਸ ਚੈਪਟਰ ਦੇ ਵਿੱਚ ਯੋਰ ਸਬਕੌਂਸ਼ੀਅਸ ਮਾਈਂਡ ਐਜ਼ ਅ ਪਾਰਟਨਰ ਇਨ ਸਕਸੈਸ ਦੇ ਵਿੱਚ ਆਥਰ ਨੇ ਸਾਨੂੰ ਕਿਹਾ। ਥੈਂਕ ਯੂ ਸੋ ਮਚ।